अस्सलाम वालेकुम जी, ਤੁਸੀਂ ਦੇਖ ਰਹੇ ਪੰਜਾਬੀ ਚੈਨਲ ਤੁਹਾਡੇ ਸਾਰਿਆਂ ਦਾ ਲਾਈਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਲੋ ਜੀ, ਜੁਮਾ ਮੁਬਾਰਕ ਹੋਏ। ਤੇ ਤੁਸੀਂ ਕਹਿ ਲਓ ਕਿ ਯਾਰ ਦੁਨੀਆ ਜਿਹੜੀ ਹੈ ਨਾ ਉਹ ਇੱਕ ਗੰਦਗੀ ਦਾ ਢੇਰ ਆ। ਹਾਂਜੀ, ਤੁਹਾਨੂੰ ਮੈਂ ਸਮਝਾਉਣਾ ਵਾ, ਬਲਕਿ ਬਾਬਾ ਜੀ ਨੇ ਜੋ ਮੈਨੂੰ ਸਮਝਾਇਆ ਉਹ ਮੈਂ ਤੁਹਾਨੂੰ ਸਮਝਾਉਣ ਲੱਗਾ ਕਿ ਬਾਬਾ ਜੀ ਫਰਮਾਉਂਦੇ ਨੇ ਕਿ ਦੇਖੋ ਜਿੱਦਾਂ ਆਪਣੇ ਗਲੀ ਮਹੱਲੇ 'ਚ ਕੋਈ ਗਟਰ ਬੰਦ ਹੋ ਜਾਂਦਾ ਨਾ, ਉਹਦਾ ਗੰਦਾ ਪਾਣੀ ਜਿਹੜਾ ਵਾ ਉਹ ਬਾਹਰ ਸਾਰੀ ਗਲੀ 'ਚ ਫੈਲ ਜਾਂਦਾ। ਹਾਂਜੀ, ਹੁਣ ਕੋਈ ਘਰੋਂ ਬਾਹਰ ਨਹੀਂ ਨਿਕਲ ਸਕਦਾ ਬੰਦਾ, ਜਾਂ ਕਿਸੇ ਨੇ ਗਲੀ ਕ੍ਰਾਸ ਕਰਨੀ ਹੋਵੇ, ਅੱਗੇ ਪਿੱਛੇ ਜਾਣਾ ਹੋਵੇ ਤਾਂ ਨਹੀਂ ਜਾ ਸਕਦੇ। ਫਿਰ ਕੀ ਕਰਦੇ ਆ ਗਰੀਬ ਲੋਕ ਸਾਡੇ ਵਰਗੇ, ਉਹ ਫਿਰ ਇੱਟਾਂ ਰੱਖਦੇ ਆ ਗਲੀ ਦੇ ਵਿੱਚ। ਹਾਂਜੀ, ਕਿ ਉਹ ਪਾਣੀ ਤੋਂ ਉੱਚੀ ਹੋਏ ਇੱਟ। ਹਾਂਜੀ, ਉਹ ਇੱਟਾਂ ਰੱਖਦੇ ਲੰਬੀ ਕਤਾਰ ਬਣਾ ਕੇ ਜਿਹੜਾ ਨਾ ਉਹ ਫਿਰ ਖੁਸ਼ਕੀ ਤੱਕ ਲੈ ਜਾਂਦੇ ਆ ਦੂਜੀ ਪਾਸੇ ਤੱਕ। ਤੇ ਉਹ ਖਿਆਲ ਕਰਦੇ ਆ ਕਿ ਵੀ ਬੈਲੈਂਸ ਕਰਦੇ ਹੋਏ ਇੱਟ ਤੇ ਪੈਰ ਰੱਖ ਕੇ ਤੇ ਉਹ ਗੰਦ ਚੋਂ ਗੁਜ਼ਰ ਕੇ ਜਾਣਾ। ਹਾਂਜੀ, ਬਾਬਾ ਜੀ ਫਰਮਾਉਂਦੇ ਆ ਬਸ ਇਹੀ ਗੰਦ ਜਿਹੜਾ ਵਾ ਨਾ ਉਹ ਕਹਿ ਲਾ ਕਿ ਦੁਨੀਆ ਵਾ। ਹਾਂਜੀ, ਔਰ ਇੱਟਾਂ ਪਈਆਂ, ਅਸੀਂ ਇਹਨਾਂ ਇੱਟਾਂ ਤੇ ਬੈਲੈਂਸ ਕਰਦੇ ਹੋਏ ਆਪਣਾ ਈਮਾਨ ਬਚਾ ਕੇ ਇਸ ਦੁਨੀਆ ਤੋਂ ਗੁਜ਼ਰਨਾ ਵਾ। ਮੈਂ ਕਿਹਾ ਓਏ ਹੋਏ ਹੋਏ ਬਾਬਾ ਜੀ, ਬੜੀ ਗੱਲ ਕਰ ਦਿੱਤੀ ਯਾਰ ਤੁਸੀਂ। ਬਾਬਾ ਜੀ ਕਹਿੰਦੇ ਹਾਂ, ਲੇਕਿਨ ਬਾਬਾ ਜੀ ਕਹਿੰਦੇ ਕਿ ਇਹਤਿਆਤ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਆ। ਹੁਣ ਤੁਸੀਂ ਕਹੋਗੇ ਯਾਰ ਇਹ ਗੰਦਾ ਪਾਣੀ ਨਹੀਂ, ਬਾਬਾ ਜੀ ਕਹਿੰਦੇ ਇਹਦੇ 'ਚ ਹਰਾਮਜ਼ਦਗੀ, ਇਹਦੇ 'ਚ ਸੂਦਖੋਰੀ, ਇਹਦੇ 'ਚ ਜਿਹੜਾ ਲੁੱਟ ਮਾਰ, ਚੋਰੀ ਚਕਾਰੀ, ਧੋਖੇ ਦੇਣੇ ਲੋਕਾਂ ਨੂੰ, ਝੂਠ ਬੋਲਣੇ ਹੈ ਜੀ, ਔਰ ਆਪਣੀ ਲਾਲਚ ਦੀ ਖਾਤਰ ਜਿਹੜਾ ਨਾ ਉਹ ਦੂਸਰਿਆਂ ਨੂੰ ਜਿਹੜਾ ਨਾ ਬਿਲਕੁਲ ਗਿਰਾ ਦੇਣਾ ਨੀਚੇ, ਔਰ ਹਰਾਮਖੋਰੀ ਕਰਕੇ ਲੁੱਟ ਮਾਰ ਕਰਕੇ ਨਿਕਲ ਜਾਣਾ, ਇਹ ਗੰਦਗੀ ਆ। ਹਾਂ, ਬਾਬਾ ਜੀ ਕਹਿੰਦੇ ਇਹਦੇ ਵਿੱਚ ਲੋਕੀ ਫਸ ਜਾਣਗੇ ਤੇ ਉਹਨਾਂ ਦਾ ਦੁਨੀਆ ਦੇ ਵਿੱਚ ਵੀ ਬੇੜਾ ਗਰਕ ਹੋਣਾ, ਐਸੇ ਗਾਰੇ 'ਚ ਗੰਦ 'ਚ ਫਸੇ ਰਹਿਣਗੇ ਤੇ ਆਖਰਤ ਦੇ ਵਿੱਚ ਵੀ ਗੰਦ 'ਚ, ਕਿਉਂਕਿ ਈਮਾਨ ਬਚਾ ਕੇ ਨਿਕਲ ਨਹੀਂ ਸਕੇ। ਤੇ ਬੜਾ ਮੁਸ਼ਕਲ ਹੈ ਬਾਬਾ ਜੀ ਕਹਿੰਦੇ। ਔਰ ਜਿਹੜਾ ਈਮਾਨ ਆਪਣਾ ਬਚਾ ਕੇ ਨਿਕਲ ਗਿਆ ਇੱਟਾਂ ਤੋਂ ਬੈਲੈਂਸ ਕਰਦੇ ਹੋਏ, ਉਹੀ ਕਾਮਯਾਬ ਆ। ਔਰ ਬਾਬਾ ਜੀ ਫਰਮਾਉਂਦੇ ਆ ਕਿ ਖਾਂ ਤਾਂ ਨਿਕਲ ਗਿਆ। ਮੈਂ ਕਿਹਾ ਬੱਲੇ ਬਾਬਾ ਜੀ, ਬੱਲੇ ਬਾਬਾ ਜੀ, ਕਿੱਥੇ ਦੀ ਗੱਲ ਕਿੱਥੇ ਜੋੜੀ ਤੁਸੀਂ। ਬਾਬਾ ਜੀ ਫਰਮਾਉਂਦੇ ਹਾਂ ਬਸ ਸਾਰਿਆਂ ਨੂੰ ਇਹੀ ਕਹਿਣਾ ਵਾ ਕਿ ਭਾਈ ਆਪਣਾ ਈਮਾਨ ਬਚਾ ਕੇ ਨਿਕਲਣਾ, ਹੱਕ ਦਾ ਸਾਥ ਦਿਓ। ਹਾਂਜੀ, ਚੋਰਾਂ ਲੁਟੇਰਿਆਂ ਤੋਂ ਹਟ ਜਾਓ ਪਿੱਛੇ। ਆ ਚੋਰ ਲੁਟੇਰੇ ਗਾਰੇ 'ਚ ਲਿਬੜ ਗਏ ਆ, ਗੰਦ 'ਚ ਲੁੱਥੜੇ ਪਏ ਆ, ਆਪਣੀ ਤਮਾ ਦੀ ਖਾਤਰ ਉਤਰ ਗਏ ਇਸ ਗੰਦਗੀ ਦੇ ਵਿੱਚ। ਹਾਂਜੀ, ਇਹ ਇਹਨਾਂ ਨੇ ਗੰਦਗੀ ਦਾ ਢੇਰ ਹੀ ਰਹਿਣਾ ਵਾ ਤੇ ਇਹਨਾਂ ਨੇ ਆਖਰਤ ਵਿੱਚ ਵੀ ਇਹਨਾਂ ਨੇ ਗੰਦਗੀ ਇਹਨਾਂ ਦੇ ਹਿੱਸੇ ਆਣੀ ਆ। ਹਾਂਜੀ, ਇਹ ਜਿਹੜਾ ਨਾ ਦਾਗਦਾਰ ਕਰਵਾ ਬੈਠੇ ਆਪਣਾ। ਬਾਕੀ ਲੋਕ ਜਿਹੜਾ ਨਾ ਹੱਕ ਸੱਚ ਦੇ ਨਾਲ ਖੜੇ ਹੋਣ, ਇਮਰਾਨ ਖਾਨ ਦੇ ਨਾਲ ਖੜੇ ਹੋਣ। ਹਾਂਜੀ, ਔਰ ਆਪਣਾ ਆਪ ਬਚਾ ਕੇ ਜਿਹੜਾ ਨਾ ਇੱਟਾਂ ਤੋਂ ਆਪਣਾ ਮਾਨ ਬਚਾ ਕੇ ਨਿਕਲਣ। ਤੇ ਉਹਦੇ ਬਾਅਦ ਮੈਂ ਤੁਹਾਨੂੰ ਦੱਸਣ ਲੱਗਾ ਵਾਂ, ਬਾਬਾ ਜੀ ਫਰਮਾਉਂਦੇ ਨੇ ਕਿ ਕੱਲ ਜੋ ਕੁਛ ਹੋਇਆ, ਮੈਂ ਕਿਹਾ ਅੱਲਾਹ ਖੈਰ ਕਰੇ ਬਾਬਾ ਜੀ, ਕੱਲ ਕੀ ਹੋ ਗਿਆ। ਬਾਬਾ ਜੀ ਫਰਮਾਉਂਦੇ ਆ ਜਿਹੜਾ ਡੱਡੂ ਮੈਨੂੰ ਨਜ਼ਰ ਆਇਆ ਉੱਥੇ ਕਰਤਾਰਪੁਰ ਸਾਹਿਬ। ਹਾਂਜੀ, ਕਰਤਾਰਪੁਰ ਸਾਹਿਬ, ਹਾਂਜੀ ਬਿਲਕੁਲ ਉੱਥੇ ਗਿਆ ਜੇ ਜਨਾਬ। ਉੱਥੇ ਜਾ ਕੇ ਮਾਈ ਤੇ ਆਪਣਾ ਡੱਡੂ ਦੋਵੇਂ ਜਾ ਕੇ ਬੈਠੇ ਨੇ, ਉੱਥੇ ਗਈਆਂ ਨੇ ਮਾਈਆਂ। ਹਾਂਜੀ, ਔਰ ਇਹ ਵਿਚਾਰੀਆਂ ਗਰੀਬ ਨਿਮਾਣੀਆਂ 800 ਦੇ ਸੂਟ ਪਾ ਕੇ, ਡੱਡੂ ਨੇ ਤੇ 800 ਵੀ ਨਹੀਂ ਖਰਚਦੀ। ਹਾਂ, ਉਹ ਜਿਹੜਾ ਮਾਈ ਲਾਂਦੀ ਹੋਇਆ ਪਾ ਲੈਂਦੀ ਹੈ, ਮੁਫਤ ਖੋਰੀ। ਹਾਂਜੀ, ਮੁਫਤ ਮਾਰੀ ਲੱਗੀ ਹੈ ਡੱਡੂ ਦੀ। ਹਾਂ, ਤੇ ਮਜ਼ੇ ਲੱਗੇ ਨੇ। ਉਹ ਮਾਈ 800 ਦਾ ਲੈ ਕੇ ਪਾ ਕੇ ਲਾ ਕੇ ਉਹਨੂੰ ਦੇ ਦਿੰਦੀ ਹੈ, ਉਹ ਪਾ ਲੈਂਦੀ ਹੈ। ਫਿਰ ਉਹਦੇ ਬਾਅਦ ਕੋਈ ਹੋਰ ਕਮੀਜ਼ ਪਾ ਲੈਂਦੀ ਹੈ। ਬੜੇ ਖਫਾਇਸ਼ਾਰ ਨੇ ਲੋਕ ਹੈ। ਹਾਂਜੀ, ਹਾਲਾਂਕਿ ਅਸਲ ਜਿਹੜੀ ਹਕੀਕਤ ਹੈ ਨਾ ਉਹ ਬਾਬਾ ਜੀ ਨੇ ਮੈਨੂੰ ਦੱਸੀ, ਤਸਵੀਰ ਦਿਖਾਈ। ਬਾਬਾ ਜੀ ਕਹਿੰਦੇ ਆਹ ਦੇਖ ਜ਼ਰਾ ਤਸਵੀਰ। ਓਏ ਹੋਏ ਹੋਏ ਬਾਬਾ ਜੀ ਕਹਿੰਦੇ ਆ 800 ਦਾ ਸੂਟ, ਹਾਂ ਹਜ਼ਾਰਾਂ ਲੱਖਾਂ ਦੇ ਸੂਟ ਪਾ ਕੇ ਤੇ ਜੁੱਤੀ ਦੇਖ, ਹਾਂ 4 ਲੱਖ ਨਾਲ ਉੱਤੇ ਦੀ ਜੁੱਤੀ ਪਾਈ ਹੋਈ ਇਹਨੇ ਮੈਚਿੰਗ ਕਰਕੇ। ਓਏ ਹੋਏ, ਮੈਂ ਕਿਹਾ ਬਾਬਾ ਜੀ ਇੱਥੇ ਤੁਸੀਂ ਬੜੀ ਖਬਰ ਦੇ ਦਿੱਤੀ ਹੈ। ਉਹੀ ਕਹਿੰਦੇ ਆ ਇਹਨਾਂ ਦਾ ਝੂਠ, ਹਾਂ ਜਿਹੜਾ ਕਿ ਸਰੇਆਮ ਇਹ ਬੋਲਦੀਆਂ ਫਿਰਦੀਆਂ ਵਾ। 800 ਦੇ ਸੂਟ, ਹਾਂ 600 ਦੇ ਸੂਟ ਤੇ 400 ਦੀ ਜੁੱਤੀ। ਆਵੇ ਲੱਖਾਂ ਦੀ, 4 ਲੱਖ ਤੋਂ ਉੱਤੇ ਦੀ ਜੁੱਤੀ ਆ। ਹਾਂ, ਤੇ 35,000 ਦਾ ਸੂਟ ਪਾ ਕੇ ਫਿਰਨ ਡਈ ਆ ਤੇ ਕਹਿੰਦੀ 800 ਦਾ ਪਾਇਆ ਵਾ। ਤੇ ਬਾਬਾ ਜੀ ਫਰਮਾਉਂਦੇ ਇਹ ਪਾ ਪੂ ਕੇ ਪਹੁੰਚੀਆਂ ਉੱਥੇ। ਔਰ ਮੈਂ ਕਹਿਣਾ ਵਾ ਕਿ ਬੜਾ ਵੱਡਾ ਦਿਲ ਆ ਸਾਡੇ ਸਰਦਾਰ ਭਰਾਵਾਂ ਦਾ ਕਿ ਉਹਨਾਂ ਨੇ ਵੈਲਕਮ ਕੀਤਾ। ਉਹ ਹਰ ਇੱਕ ਨੂੰ ਵੈਲਕਮ ਕਹਿੰਦੇ ਨੇ ਵੀ ਇਹ ਗੱਲ ਆ, ਕਿਉਂਕਿ ਦਰਬਾਰ ਸਾਹਿਬ ਜਿਹੜਾ ਵਾ ਨਾ ਉਹ ਸਾਰਿਆਂ ਵਾਸਤੇ ਖੁੱਲ੍ਹਾ ਵਾ, ਉਹਦੇ ਲਈ ਕੋਈ ਰੋਕ ਟੋਕ ਨਹੀਂ, ਔਰ ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਆਪਣਾ ਬਜ਼ੁਰਗਾਂ ਦਾ ਦਰਬਾਰ ਆ। ਉੱਥੇ ਜਿਹੜਾ ਮਰਜ਼ੀ ਜਾਏ, ਲੰਗਰ ਖਾਏ। ਮਾਈ ਵੀ ਚਲੀ ਗਈ ਤੇ ਉਹਨਾਂ ਨੇ ਵੈਲਕਮ ਕੀਤਾ। ਉੱਥੇ ਜਾ ਕੇ ਮਾਈ ਗਈ ਆ। ਮਾਈ ਐਕਚੁਅਲੀ ਗਈ, ਬਾਬਾ ਜੀ ਕਹਿੰਦੇ ਆਪਣੀਆਂ ਟਿਕਟੋਕਾਂ ਬਣਾਉਣਾ। ਹਾਂ, ਟਿਕਟੋਕਾਂ ਨੇ ਖੂਬ ਬਣਾਈਆਂ ਉੱਥੇ, ਦਨ ਤੇ ਜਾ ਕੇ ਉੱਥੇ ਬਹਿ ਗਈ ਤੇ ਭੁੱਖੀ ਵੀ ਹੋਣੀ ਹੈ। ਤੇ ਫਿਰ ਲਾਜ਼ਮੀ ਗੱਲ ਹੈ ਜਿਹੜਾ ਵੀ ਭੁੱਖਾ ਹੋਵੇ ਉਹਨੂੰ ਖਾਣਾ ਖਿਲਾਉਣਾ ਬੰਦਾ ਹੈ, ਚਾਹੇ ਚੋਰ ਲੁਟੇਰਾ ਹੋਵੇ, ਕੋਈ ਵੀ ਹੋਵੇ। ਹਾਂ, ਲੇਕਿਨ ਇਹ ਦੇਖੋ ਨਾ, ਇਹ ਇੱਕ ਅੱਛੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਰਬਾਰਾਂ ਦੀ। ਕੋਈ ਇਹ ਨਹੀਂ ਦੇਖਦੇ ਕਿ ਕੌਣ, ਉਹ ਇਹ ਦੇਖਦੇ ਆ ਕਿ ਵੀ ਭੁੱਖਾ ਬਸ ਖਾਣਾ ਖਿਲਾਓ ਭੁੱਖੇ ਨੂੰ, ਇਹ ਅੱਛੀ ਚੀਜ਼ ਆ। ਔਰ ਉਹਨਾਂ ਨੇ ਮਾਈ ਨੇ ਵੀ ਬੁਲਾਇਆ, ਉਹਨਾਂ ਨੂੰ ਪਤਾ ਸੀ ਕਿ ਹੈ ਚੋਰ ਨਹੀਂ ਬੜੀ ਵੱਡੀ, ਹਾਂ ਬੜੀ ਵੱਡੀ ਝੂਠੀ ਆ। ਹਾਂ, ਲੇਕਿਨ ਖਾਣਾ ਤੇ ਖਿਲਾਣਾ, ਖਾਣਾ ਖਿਲਾਇਆ ਉਹਨਾਂ ਨੇ।
ਬਿਠਾਇਆ ਉੱਥੇ ਜਾ ਕੇ। ਹਾਂਜੀ, ਡੱਡੂ ਨੇ ਵੀ ਮਸਕੀਨਾਂ ਵਾਲੀ ਸ਼ਕਲ ਬਣਾਈ ਤੇ ਉੱਥੇ ਬਹਿ ਕੇ ਖਾਣਾ ਸ਼ਾਣਾ ਨੇ ਖਾਧਾ। ਹਾਲਾਂਕਿ ਜਿਹੜਾ ਨਾ ਕਹਿੰਦੀ ਰਹੀ ਮਾਈ ਕਿ ਮੈਂ ਕੜੀ ਨਹੀਂ ਪੀਤੀ, ਉਹ ਮਾਈ ਨੂੰ ਕੋਈ ਸਮਝਾਉਣਾ ਚਾਹੀਦਾ ਸੀ, ਉਹ ਕੜੀ ਖਾਈ ਦੀ ਹੁੰਦੀ ਆ, ਪੀਦੀ ਨਹੀਂ ਹੁੰਦੀ। ਹਾਂਜੀ, ਨਾਲ ਖੈਰ ਡੱਡੂ ਵੀ ਜਾ ਕੇ ਬੈਠਾ ਰਿਹਾ। ਹੋਇਆ ਕੀ, ਇਹ ਇਹਨਾਂ ਨੇ ਕੀਤੀ ਹੈ ਕਾਪੀ। ਹਾਂਜੀ, ਕਿਉਂਕਿ ਮਾਈ ਜਿਹੜੀ ਤੰਦੂਰ ਵਾਲੀ ਹੈ ਨਾ, ਜਿਹੜੀ ਚਰਸੀ ਕਬਾਬਾਂ ਲਈ, ਜਰਨੈਲੀ ਟਿੱਕੀਆਂ ਲਈ, ਉਹ ਮਾਈ ਕਾਪੀ ਕੈਟ ਵੀ ਆ। ਹਾਂ, ਬੜੀ ਬੜੀ। ਕਿਸੇ ਨੇ ਮਾਈ ਨੂੰ ਕਹਿਤਾ ਕਿ ਮਾਈ ਦੇਖ, ਅਗਰ ਤੂੰ ਕਾਮਯਾਬ ਹੋਣਾ ਨਾ ਜ਼ਿੰਦਗੀ ਦੇ ਵਿੱਚ, ਜੇ ਤੂੰ ਚਾਹੁੰਦੀ ਹੈ ਕਿ ਤੇਰੀ ਬੜੀ ਵੱਡੀ ਫੈਨ ਫੋਲੋਇੰਗ ਹੋਵੇ, ਲੋਕ ਤੇਰੇ ਅੱਗੇ ਪਿੱਛੇ, ਹਾਂ ਜਿੱਦਾਂ ਹੁਣ ਕੈਮਰੇ ਤੇਰੇ ਅੱਗੇ ਪਿੱਛੇ ਆ, ਲੋਕ ਕੋਈ ਨਹੀਂ, ਹਾਂ ਉੱਦਾਂ ਅਗਰ ਤੂੰ ਚਾਹੁੰਦੀ ਹੈ ਕਿ ਕੈਮਰਿਆਂ ਦੀ ਬਜਾਏ ਲੋਕ ਆ ਕੇ ਤੇਰੀਆਂ ਫਿਲਮਾਂ ਬਣਾਉਣ ਅੱਗੇ ਪਿੱਛੇ, ਹਾਂ ਮਤਲਬ ਚਾਹਤ ਨਾਲ, ਮੁਹੱਬਤ ਨਾਲ ਕਿ ਤੂੰ ਬੜੀ ਮਕਬੂਲ ਹੋ ਜਾਏ, ਤੈਨੂੰ ਇੱਕ ਕੰਮ ਕਰਨਾ ਪੈਣਾ, ਤੂੰ ਫਿਰ ਖਾਨ ਨੂੰ ਫਾਲੋ ਕਰ। ਹਾਂ, ਜੇ ਤੂੰ ਖਾਨ ਨੂੰ ਫਾਲੋ ਕਰ ਲਿਆ, ਸਮਝ ਲੈ ਕਿ ਤੂੰ ਵੀ ਤਰ ਗਈ। ਹਾਲਾਂਕਿ ਉਹਨਾਂ ਦਾ ਜਿਹਨੇ ਸਮਝਾਇਆ, ਉਹਦਾ ਕਹਿਣ ਦਾ ਮਤਲਬ ਸੀ ਕਿ ਖਾਨ ਦੇ ਨਜ਼ਰੀਏ ਨੂੰ ਫਾਲੋ ਕਰਨਾ। ਹਾਂ, ਮਾਈ ਉਲਟਾ ਸਮਝੀ, ਮਾਈ ਸਮਝੀ ਜੋ ਕੁਝ ਖਾਨ ਨੇ ਕੀਤਾ ਮੈਂ ਵੀ ਉਹੀ ਕਰਨਾ। ਹਾਂ, ਉਹੀ ਦੇਖ ਲਓ। ਫਿਰ ਉਹ ਫਿਰ ਜਾ ਕੇ ਬਹਿ ਗਈ ਉੱਥੇ ਜਨਾਬ, ਤੇ ਉੱਥੇ ਜਾ ਕੇ ਕਹਿਣ ਲੱਗੀ ਕਿ ਬਈ ਆ ਜਿਹੜਾ ਲਾਂਘੇ ਦਾ ਜਿਹੜਾ ਖਾਬ ਸੀ ਨਾ ਦੇਖਿਆ ਬਣਾਉਣ ਦਾ, ਇਹ ਨਵਾਜ਼ ਸ਼ਰੀਫ ਨੇ ਦੇਖਿਆ ਸੀ। ਅੰਦਾਜ਼ਾ ਕਰੋ ਯਾਰ, ਅੰਦਾਜ਼ਾ ਕਰੋ, ਸਿੱਧਾ ਹੀ ਝੂਠ। ਹਾਂ, ਇਹਨੇ ਕਦੀ ਇਹ ਵੀ ਕਹਿ ਦੇਣਾ ਕਿ ਪਾਕਿਸਤਾਨ ਦਾ ਖਾਬ ਵੀ ਮੀਆਂ ਸਾਹਿਬ ਨੇ ਦੇਖਿਆ ਸੀ, ਨਵਾਜ਼ ਸ਼ਰੀਫ ਸਾਹਿਬ ਨੇ। ਹਾਂ, ਯਾਰ ਕਿ ਸਾਰੀ ਦੁਨੀਆ ਜਾਣਦੀ ਆ ਕਿ ਕਿੰਨੇ ਇਹ ਜਿਹੜਾ ਨਾ ਮਨਸੂਬਾ ਸ਼ੁਰੂ ਕੀਤਾ, ਪਾਇਆ, ਤਕਮੀਲ ਤੱਕ ਪਹੁੰਚਾਇਆ, ਔਰ ਬਹੁਤ ਅੱਛਾ ਕੰਮ ਸੀ, ਬਹੁਤ ਵੱਡਾ ਕੰਮ ਸੀ। ਸਰਦਾਰ ਭਰਾ ਉੱਥੇ ਵਿਚਾਰੇ ਦੂਰੋਂ ਦੇਖਦੇ ਹੁੰਦੇ ਸੀ, ਵੀਜ਼ੇ ਲਵਾਓ, ਬੜਾ ਔਖਾ ਹੋ ਕੇ ਫਲਾਈਟਾਂ ਫੜੋ, ਟ੍ਰੇਨਾਂ ਫੜੋ, ਤੇ ਖਾਨ ਸਾਹਿਬ ਨੇ ਇਹ ਲਾਂਘਾ ਬਣਾ ਕੇ ਬੜਾ ਈਜ਼ੀ ਕਰਤਾ, ਬੜੀਆਂ ਦੁਆਵਾਂ ਲਈਆਂ ਉਹਨਾਂ ਨੇ। ਸਾਰੀ ਦੁਨੀਆ ਨੇ ਦੇਖਿਆ, ਜਿੱਦਾਂ ਇਫਤਿਤਾਹ ਵੀ ਕੀਤਾ, ਖਾਨ ਸਾਹਿਬ ਗਏ ਉੱਥੇ ਜਾ ਕੇ ਇਫਤਿਤਾਹ ਕੀਤਾ, ਤੇ ਸਿੱਧੂ ਸਾਹਿਬ ਵੀ ਉੱਧਰੋਂ ਆਏ, ਹੋਰ ਬੜੇ ਬੜੇ ਫਨਕਾਰ ਲੋਕ ਵੀ ਆਏ, ਬੜੇ ਬੜੇ ਅੱਛੇ ਬੜੇ ਬੜੇ ਨਾਮ ਉੱਥੋਂ ਆਏ, ਉਹਨਾਂ ਨੇ ਮੁਬਾਰਕਬਾਦ ਵੀ ਦਿੱਤੀ, ਸ਼ੁਕਰੀਆ ਵੀ ਅਦਾ ਕੀਤਾ ਖਾਨ ਸਾਹਿਬ ਦਾ, ਸਾਰਿਆਂ ਨੇ ਦੇਖਿਆ। ਲੇਕਿਨ ਜਿਹੜੀ ਹੈ ਨਾ, ਉਹ ਮਾਈ ਦਾ ਜ਼ੇਨ ਕੁਛ ਹੋ ਰਹਾ, ਕਿਉਂਕਿ ਮਾਈ ਨੇ ਕ੍ਰੈਡਿਟ ਲੈਣਾ ਕਿਤੇ ਨਾ ਕਿਤੇ ਜਾ ਕੇ, ਤੇ ਮਾਈ ਨੇ ਜਾ ਕੇ ਕਹਿਤਾ ਕਿ ਲੋ ਜੀ ਖਾਨ ਸਾਹਿਬ ਜਿਹੜਾ ਨਾ ਉਹ ਤਾਂ ਕੁਛ ਵੀ ਨਹੀਂ ਹੈ, ਤੇ ਮੀਆਂ ਸਾਹਿਬ ਨੇ ਖਾਬ ਦੇਖਿਆ ਸੀਗਾ। ਹਾਂਜੀ, ਤੇ ਜਨਰਲ ਬਾਜਵਾ ਨੇ ਬਣਵਾ ਦਿੱਤਾ। ਕਮਾਲ ਨਹੀਂ ਹੈ ਮਾਈ ਦੀ। ਹਾਂ, ਮਾਈ ਦੇ ਕ੍ਰੈਡਿਟ ਦੇਖੋ ਤੁਸੀਂ ਜ਼ਰਾ। ਤੇ ਉਹਦੇ ਬਾਅਦ ਜਨਾਬ ਮਾਈ ਨੇ ਹੁਣ ਕਿਸੇ ਦੇ, ਬਾਬਾ ਜੀ ਕਹਿੰਦੇ ਮਾਈ ਨੇ ਕਿਸੇ ਵਕਤ ਇਹ ਵੀ ਕਹਿ ਦੇਣਾ ਵਾ ਕਿ ਅਮਰੀਕਾ ਵੀ ਮੀਆਂ ਸਾਹਿਬ ਨੇ ਦਰਿਆਫਤ ਕੀਤਾ ਸੀ। ਹੋਰ ਜਿਹੜਾ ਦੂਜਾ ਬੰਦਾ ਦੁਨੀਆ ਤੇ ਆਇਆ ਸੀ, ਉਹ ਵੀ ਮੀਆਂ ਨਵਾਜ਼ ਸ਼ਰੀਫ ਹੀ ਸੀ। ਹਾਂ, ਇਹ ਕੁਛ ਵੀ ਕਹਿ ਸਕਦੀ ਹੈ, ਝੂਠੀ ਮਕਾਰ ਔਰਤ ਕੁਛ ਵੀ ਕਹਿ ਸਕਦੀ ਹੈ। ਲੇਕਿਨ ਹੈ ਉੱਥੇ ਜਾ ਕੇ ਇਹਨੇ ਟਿਕਟਾਕਾਂ ਬਣਵਾਈਆਂ ਜਨਾਬ ਆਪਣਾ, ਉੱਥੇ ਜਾ ਕੇ ਇਹਨੂੰ ਫਿਰ ਲੈ ਕੇ ਗਏ ਉੱਥੇ ਜਿੱਥੇ ਕਟਾਈ ਹੁੰਦੀ ਆ, ਕਿਸਾਨ ਜਿਹੜੇ ਗੰਦਮ ਲੱਗੇ ਹੁੰਦੇ ਆ ਕਿੱਦਾਂ ਉਹ ਕੱਟਦੇ, ਤੇ ਉਹ ਲੈ ਕੇ ਗਏ ਜਾਣ ਕੇ ਉੱਥੇ ਸਾਡੇ ਸਰਦਾਰ ਭਰਾ। ਉੱਥੇ ਜਾ ਕੇ ਉਹਨਾਂ ਨੂੰ ਜਿਹੜਾ ਨਾ ਉਹ ਦਿਖਾਇਆ ਗਿਆ, ਦੇਖੋ ਇੱਦਾਂ ਜਿਹੜਾ ਵਿਚਾਰਾ ਬੜੀ ਮਿਹਨਤ ਨਾਲ ਕਿਸਾਨ ਜਿਹੜਾ ਵਾ ਨਾ ਉਹ ਗੰਦਮ ਉਗਾਉਂਦਾ ਵਾ। ਹਾਂ, ਇੱਦਾਂ ਕੱਟਣੀ ਪੈਂਦੀ। ਇਹਨੇ ਤੇ ਹਲਕੀ ਜਿਹੀ ਦਰਾਤੀ ਜੀ ਫੜੀ, ਹਾਂ 4 ਤਸਵੀਰਾਂ ਲਵਾਈਆਂ, 2-4 ਟਿਕਟੋਕਾਂ ਬਣਾਈਆਂ, ਉਹ ਚਲਾਈਆਂ, ਤੇ ਉਹ ਪਈ ਜਾਂਦੀ ਹੈ। ਹਾਂ, ਇਹਨੂੰ ਕੀ ਲੱਗੇ ਕਿੰਨੀ ਮਿਹਨਤ ਕਰਦੇ ਆ ਕਿਸਾਨ, ਲੇਕਿਨ ਕਿਸਾਨਾਂ ਨੂੰ ਉਹਨਾਂ ਦਾ ਜਿਹੜਾ ਹੱਕ ਆ ਉਹ ਨਹੀਂ ਮਿਲ ਰਿਹਾ। ਹਾਂ, ਇਹਦੀ ਮਾਈ ਦੀ ਹਕੂਮਤ ਜਿਹੜੀ ਆ ਉਹ ਕਿਸਾਨਾਂ ਦਾ ਇੱਥੇ ਸਾਲ ਕਰ ਰਹੀ ਆ। ਬਈ ਜਿੰਨੀ ਕੀਮਤ ਉਹਨਾਂ ਨੂੰ ਪਈ ਆ ਸਾਰਾ ਕੁਝ ਬਣਾ ਕੇ, ਇੰਨੀ ਮਿਹਨਤ ਤੋਂ ਬਾਅਦ ਫਿਰ ਵੀ ਉਹਨਾਂ ਨੂੰ ਘਾਟਾ ਪੈ ਰਿਹਾ ਵਾ ਜਿੰਨੀ ਕੀਮਤ ਤੇ ਇਹਦੀ ਹਕੂਮਤ ਖਰੀਦਣ ਦੀ ਉਹਨਾਂ ਕੋ। ਇਹਨੂੰ ਸੋਚਣਾ ਚਾਹੀਦਾ ਥੋੜ੍ਹਾ ਜਿਹਾ, ਇਸ ਖਿਆਲ ਵਾਸਤੇ ਲੈ ਕੇ ਗਏ ਉੱਥੇ ਕਿ ਵੀ ਇਹਨੂੰ ਅਹਿਸਾਸ ਹੋਵੇ। ਲੇਕਿਨ ਉਹਨੂੰ ਕੀ ਅਹਿਸਾਸ ਹੋਣਾ ਸੀ, ਉਹ ਟਿਕਟੋਕ ਬਣਾਉਣ ਆਈ ਸੀ ਆਪਣੀ। ਟਿਕਟੋਕ ਬਣਾਈ, 800 ਵਾਲਾ ਨੇ ਸੂਟ ਦਿਖਾਇਆ ਸਾਰਿਆਂ ਨੂੰ। ਹਾਂ, ਮੈਚਿੰਗ ਜੁੱਤੀ ਜਿਹੜੀ ਆ 4 ਲੱਖ ਵਾਲੀ ਉਹ ਦਿਖਾਈ ਉਹਨੇ, ਤੇ ਉਹ ਨਿਕਲ ਗਈ। ਹਾਂ, ਅੱਲਾ ਅੱਲਾ ਖੈਰ ਸੱਲਾ ਬਫਾਰਕ ਕੰਮ, ਇਹੀ ਸਾਰਾ ਸਿਸਟਮ ਹੈ। ਔਰ ਬਾਬਾ ਜੀ ਫਰਮਾਉਂਦੇ ਨੇ ਕਿ ਬਈ ਮੈਨੂੰ ਅਫਸੋਸ ਇੱਕ ਆ ਬੜਾ। ਮੈਂ ਕਿਹਾ ਬਾਬਾ ਜੀ ਉਹ ਕਿਉਂ? ਬਾਬਾ ਜੀ ਕਹਿੰਦੇ ਵੀ ਮੈਨੂੰ ਵੀ ਬੁਲਾ ਲੈਣਾ ਚਾਹੀਦਾ ਸੀ ਇਹਨਾਂ ਨੂੰ। ਮੈਂ ਕਿਹਾ ਬਾਬਾ ਜੀ ਉੱਥੇ ਤੇ ਬੁਲਾਉਣ ਤੁਸੀਂ ਚਲੇ ਜਾਂਦੇ ਬਾਬਾ ਜੀ। ਹਾਂ, ਜਿਹੜਾ ਮਰਜ਼ੀ ਜਾਏ ਉਹ ਖੁੱਲ੍ਹਾ ਵਾ। ਹਾਂ, ਜਿੱਦਾਂ ਉਹਨਾਂ ਦਾ ਦਿਲ ਖੁੱਲ੍ਹਾ ਵਾ ਉੱਦਾਂ ਜਨਾਬ ਉਹ ਲੰਘਾ ਵੀ ਖੁੱਲ੍ਹਾ ਵਾ, ਤੁਸੀਂ ਚਲੇ ਜਾਂਦੇ। ਬਾਬਾ ਕਹਿੰਦੇ ਨਹੀਂ, ਹਕੂਮਤੀ ਸਤਹ 'ਤੇ ਮੈਨੂੰ ਬੁਲਾਇਆ ਜਾਣਾ ਚਾਹੁੰਦਾ ਸੀ। ਮੈਂ ਚਾਹਦਾ ਸੀ ਕਿ ਵੀ ਜਿੱਦਾਂ ਡੱਡੂ ਬੈਠਾ ਵਾ ਨਾ, ਮੈਂ ਬਿਲਕੁਲ ਡੱਡੂ ਦੇ ਨਾਲ ਜਾ ਕੇ ਬੈਠਦਾ ਤੇ ਮੈਂ ਵੀ ਤਸਵੀਰ ਲਵਾਉਂਦਾ ਉੱਥੇ। ਮੈਂ ਕਿਹਾ ਬਾਬਾ ਜੀ ਉਹ ਤਸਵੀਰ ਨਾਲ ਕੀ ਹੋਣਾ ਸੀ ਤੁਹਾਡਾ ਲਵਾਉਣ ਦਾ? ਬਾਬਾ ਜੀ ਕਹਿੰਦੇ ਤਸਵੀਰ ਤੇ ਬਹਾਨਾ ਹੀ ਸੀ, ਇਸ ਬਹਾਨੇ ਮੈਂ ਜ਼ਰਾ ਆਪਣੇ ਪਿਆਰ ਮੁਹੱਬਤ ਦੀ ਗੱਲ ਵੀ ਕਰ ਲੈਂਦਾ ਉਹਦੇ ਨਾਲ। ਮੈਂ ਕਿਹਾ ਬਾਬਾ ਜੀ ਤੁਸੀਂ ਨਾ ਮੜਿਆ ਜੇ। ਹਾਂ, ਕੋਈ ਉੱਥੇ ਡਿਪਟੀ ਵੀ ਆਇਆ ਸੀ। ਬਾਬਾ ਕਹਿੰਦੇ ਨਾ ਕਰ। ਮੈਂ ਕਿਹਾ ਹਾਂਜੀ, ਉਹ ਵੀ ਚੁੰਨੀ ਲੈ ਕੇ ਪਿੱਛੇ ਬੈਠਾ ਸੀ। ਲੱਕੀ ਸਮਝ ਉਹ ਲਿਆ ਡਾਲਾ।